and learners, welcome back once again in sociology class, and we are covering lesson 2 rural society, and this is the last topic issues concerning rural society. ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਪਿੰਡੂ ਸਮਾਜ ਵਿੱਚ ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਇਹ ਕਰਨ ਜਾ ਰਹੇ ਹਾਂ। ਹੋਪਫੁਲੀ ਅੱਜ ਦੀ ਕਲਾਸ ਦੇ ਵਿੱਚ ਜਿਹੜਾ ਲੈਸਨ ਨੰਬਰ 2 ਹੈ ਰੂਰਲ ਸੁਸਾਇਟੀ ਇਹ ਖਤਮ ਹੋ ਜਾਏਗਾ ਤਾਂ ਜੋ ਤੁਸੀਂ ਆਪਣੀ ਜਿਹੜੀ ਸਟੱਡੀ ਹੈ ਉਹਨੂੰ ਕੰਟੀਨਿਊ ਕਰ ਸਕੋ ਤੇ ਆਪਣੇ ਸਿਲੇਬਸ ਨੂੰ ਮੀਨਵਾਈਲ ਕੁਇਕਲੀ ਕਵਰ ਅਪ ਕਰਕੇ ਆਪਣੇ ਨੋਟਸ ਬਣਾ ਸਕਦੇ ਹੋ। ਓਕੇ, ਤਾਂ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਰੂਰਲ ਸੁਸਾਇਟੀ ਦਾ ਇਸ਼ੂਜ਼ ਸਮੱਸਿਆਵਾਂ ਪ੍ਰੋਬਲਮਸ ਉਹ ਸ਼ੁਰੂ ਕਰਦੇ ਹਾਂ। ਤਾਂ ਪਿੰਡੂ ਸਮਾਜ ਜਿਹੜਾ ਹੈ ਰੂਰਲ ਸੁਸਾਇਟੀ ਉਹਦੀ ਦੋ ਸਮੱਸਿਆਵਾਂ ਨੇ। ਪਹਿਲੀ ਇੰਡੈਟਡਨੈਸ ਨੂੰ ਬੋਲਦੇ ਆ ਕਰਜ਼ਦਾਰੀ। ਇੰਡੈਟਡਨੈਸ ਕਰਜ਼ਦਾਰੀ ਐਂਡ ਇੰਪੈਕਟ ਆਫ ਗ੍ਰੀਨ ਰੈਵੋਲੂਸ਼ਨ ਹਰੀ ਕ੍ਰਾਂਤੀ ਦਾ ਪ੍ਰਭਾਵ। ਇਹ ਦੋ ਇਸ਼ੂ ਹੈਗੇ ਨੇ, ਇਹ ਦੋ ਮੁੱਦੇ ਹੈਗੇ ਨੇ ਜੋ ਸਮੱਸਿਆਵਾਂ ਪਿੰਡੂ ਸਮਾਜ ਦੀ ਜ਼ਿੰਦਗੀ ਦੇ ਵਿੱਚ ਪੈਦਾ ਕਰਦੀਆਂ ਨੇ। ਇਸ ਦੇ ਅੱਗੋਂ ਚੱਲਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਕਿ ਦੁਨੀਆ ਦੇ ਉੱਪਰ ਕੋਈ ਵੀ ਸਮਾਜ ਹੈ ਤਾਂ ਉਹ ਸਮਾਜ ਦੇ ਵਿੱਚ ਅਗਰ ਸਮੱਸਿਆ ਨਹੀਂ ਹੈ ਤਾਂ ਇਟ ਮੀਨਸ ਉਹ ਸਮਾਜ ਨਹੀਂ ਹੈ। ਹਰ ਇੱਕ ਸਮਾਜ ਵਿੱਚ ਕਿਸੇ ਨਾ ਕਿਸੇ ਸਮਾਜ ਵਿੱਚ ਕੋਈ ਨਾ ਕੋਈ ਸਮੱਸਿਆ ਚੱਲਦੀ ਰਹਿੰਦੀ ਹੈ ਜੋ ਉਹਨਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ। In every society there lies a problem, and a problem occurring in the lives of the people in the society, and the problem makes very differentiated so that they have an influence, and ਜਿਹੜੀ ਲਾਈਫ ਸਟਾਈਲ ਹੁੰਦੀ ਹੈ ਉਹ ਡਿਫਰੈਂਟ ਹੋ ਜਾਂਦੀ ਹੈ ਪ੍ਰੋਬਲਮ ਹੋਣ ਦੇ ਨਾਲ। ਤਾਂ ਪ੍ਰੋਬਲਮ ਜਿਹੜੀ ਹੁੰਦੀ ਹੈ ਉਹ ਬੜੀ ਡੀਪਲੀ ਅਫੈਕਟ ਕਰਦੀ ਹੈ ਜਿਹੜੇ ਰਹਿਣ ਵਾਲੇ ਲੋਕ ਹੁੰਦੇ ਨੇ। ਓਕੇ, ਤਾਂ ਇਸ਼ੂਜ਼ ਹੈ ਰੂਰਲ ਸੁਸਾਇਟੀ ਦੇ ਇਹ ਅੱਜ ਆਪਾਂ ਕਰਨ ਲੱਗੇ ਵਾਂ। ਤਾਂ ਜਿਹੜੇ ਰੂਰਲ ਸੁਸਾਇਟੀ ਦੇ ਇਸ਼ੂਜ਼ ਨੇ ਉਹ ਦੋ ਹੈਗੇ ਨੇ, ਇੰਡੈਟਡਨੈਸ ਕਰਜ਼ਦਾਰੀ ਤੇ ਇੰਪੈਕਟ ਆਫ ਗ੍ਰੀਨ ਰੈਵੋਲੂਸ਼ਨ। ਓਕੇ, ਇਸ ਚੀਜ਼ ਨੂੰ ਆਪਾਂ ਹੁਣ ਡੀਪ ਚ ਦੇਖਾਂਗੇ। ਇੰਡੈਟਡਨੈਸ ਕੀ ਚੀਜ਼ ਹੁੰਦੀ ਹੈ? ਜਦੋਂ ਇੱਕ ਵਿਅਕਤੀ ਦੂਸਰੇ ਵਿਅਕਤੀ ਤੋਂ ਕਰਜ਼ਾ ਲੈਂਦਾ ਹੈ। ਓਕੇ, ਜਦੋਂ ਇੱਕ ਵਿਅਕਤੀ ਦੂਸਰੇ ਵਿਅਕਤੀ ਤੋਂ ਕਰਜ਼ਾ ਲੈਂਦਾ ਹੈ ਇਹਨੂੰ ਆਪਾਂ ਬੋਲਦੇ ਹਾਂ ਲੋਨ ਜਾਂ ਡੈਟ। ਲੋਨ ਔਰ ਡੈਟ, ਠੀਕ ਹੈ ਜੀ। ਜਦੋਂ ਇਹ ਲੋਨ turns into huge amount with interest, it takes the form of indebtedness। ਲਓ ਜੀ, ਇਹ ਤੁਹਾਡੀ ਡੈਫੀਨੇਸ਼ਨ ਹੋ ਗਈ ਕਰਜ਼ਦਾਰੀ ਕੀ ਹੈ। ਵਾਟ ਇਜ਼ ਇੰਡੈਟਡਨੈਸ? ਕਰਜ਼ਦਾਰੀ ਜਦੋਂ ਇੱਕ ਵਿਅਕਤੀ ਦੂਸਰੇ ਵਿਅਕਤੀ ਤੋਂ ਕੁਝ ਪੈਸੇ ਉਧਾਰ ਲੈਂਦਾ ਹੈ, ਬੋਰੋਸ ਮਨੀ ਔਰ ਸਮਥਿੰਗ ਇਨ ਅਮਾਉਂਟ। ਜਦੋਂ ਇੱਕ ਵਿਅਕਤੀ ਦੂਸਰੇ ਵਿਅਕਤੀ ਤੋਂ ਪੈਸੇ ਉਧਾਰ ਲੈਂਦਾ ਹੈ ਤਾਂ ਉਸ ਨੂੰ ਆਪਾਂ ਲੋਨ ਕਹਿੰਦੇ ਆ। ਓਕੇ, ਜਾਂ ਡੈਟ ਕਹਿ ਦਿੰਦੇ ਆ। ਬਟ ਜਦੋਂ ਇਹ ਲਿਆ ਹੋਇਆ ਲੋਨ ਇੰਟਰਸਟ ਦੇ ਨਾਲ ਜੁੜ ਕੇ ਇੱਕ ਵੱਡੀ ਅਮਾਉਂਟ ਬਣ ਜਾਂਦੀ ਹੈ, huge amount, and ਵਿਅਕਤੀ is unable to repay it back, ਵਿਅਕਤੀ ਇਸ ਨੂੰ ਵਾਪਸ ਨਹੀਂ ਕਰ ਸਕਦਾ ਤਾਂ ਉਸ ਨੂੰ indebtedness ਬੋਲਦੇ ਆ, ਕਰਜ਼ਦਾਰੀ। ਇਸ ਤਰ੍ਹਾਂ ਇਹ ਕਰਜ਼ਦਾਰੀ ਦਾ ਰੂਪ ਧਾਰਨ ਕਰਦੀ ਹੈ। ਮੈਂ ਫਿਰ ਰਿਪੀਟ ਕਰ ਦਿੰਦਾ, ਜਦੋਂ ਇੱਕ ਵਿਅਕਤੀ ਦੂਸਰੇ ਵਿਅਕਤੀ ਤੋਂ ਕੁਝ ਪੈਸੇ ਉਧਾਰ ਲੈਂਦਾ ਹੈ ਤਾਂ ਪੈਸੇ ਉਧਾਰ ਲੈਣ ਤੋਂ ਬਾਅਦ ਕੁਝ ਸਮੇਂ ਦੇ ਲਈ ਜਦੋਂ ਵਿਆਜ ਜੁੜ ਕੇ ਉਹ ਜਿਹੜੀ ਪੈਸੇ ਲੋਨ ਲਿਆ ਹੁੰਦਾ ਹੈ ਵੱਡੀ ਅਮਾਉਂਟ ਜੁੜ ਜਾਂਦੀ ਹੈ ਤਾਂ ਵੱਡੀ ਅਮਾਉਂਟ ਦੇ ਨਾਲ ਇਹ ਇੰਡੈਟਡਨੈਸ ਦਾ ਰੂਪ ਧਾਰਨ ਕਰ ਲੈਂਦੀ ਹੈ। ਤਾਂ ਇਸ ਸਿਚੁਏਸ਼ਨ ਦੇ ਵਿੱਚ ਵਿਅਕਤੀ ਪੈਸੇ ਵਾਪਸ ਕਰਨ ਦੀ ਹਾਲਤ ਵਿੱਚ ਨਹੀਂ ਹੁੰਦਾ। ਠੀਕ ਹੈ, ਇਹ ਆਪਾਂ ਫਸਟ ਪਾਰਟ ਕਰ ਰਹੇ ਹਾਂ ਇੰਡੈਟਡਨੈਸ ਕਰਜ਼ਦਾਰੀ। ਹੁਣ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਕਰਜ਼ਦਾਰੀ ਦੇ ਕਾਰਨ ਕੀ ਹੈਗੇ ਨੇ। ਓਕੇ,
ਸਟੂਡੈਂਟ ਇਸ਼ੂਜ਼ ਆਪਾਂ ਦੇਖਿਆ ਸੀ ਕਿ ਇਸ਼ੂਜ਼ ਦੋ ਹੈਗੇ, ਇੰਡੈਟਡਨੈਸ ਤੇ ਇੰਪੈਕਟ ਆਫ ਗ੍ਰੀਨ ਰੈਵੋਲੂਸ਼ਨ। ਹੁਣ ਆਪਾਂ ਫਸਟ ਡਿਸਕਸ ਕਰਨ ਲੱਗੇ ਵਾ ਇੰਡੈਟਡਨੈਸ ਦੇ ਰੀਜ਼ਨਸ ਕੀ ਹੈਗੇ ਨੇ। ਇੰਡੈਟਡਨੈਸ ਦੇ ਰੀਜ਼ਨਸ, ਕਾਰਨ ਕੀ ਹੈਗੇ ਨੇ, ਵੀ ਕਿਹੜੇ ਕਾਰਨ ਕਰਕੇ ਹੈ ਜਿਹੜੇ ਪਿੰਡੂ ਲੋਕ ਜਾਂ ਜਿਹੜੇ ਕਿਸਾਨ ਹੈਗੇ ਨੇ ਉਹ ਕਰਜ਼ਦਾਰੀ ਦੇ ਵਿੱਚ ਫਸ ਜਾਂਦੇ ਨੇ। ਓਕੇ, ਤਾਂ ਫਸਟ ਚੀਜ਼ ਹੈ ਇੰਡੈਟਡਨੈਸ ਦੇ ਵਿੱਚ ਪੋਵਰਟੀ। ਹੁਣ ਪੋਵਰਟੀ ਦਾ ਵਨ ਆਫ ਦਾ ਮੇਜਰ ਰੀਜ਼ਨਸ ਹੈ ਜਿਹੜਾ ਇੰਡੈਟਡਨੈਸ ਦੇ ਵਿੱਚ ਗਰੀਬ ਦਾ ਜਿਹੜੇ ਕਿਸਾਨ ਹੁੰਦੇ ਨੇ ਜਾਂ ਗਰੀਬ ਪਿੰਡੂ ਲੋਕ ਹੁੰਦੇ ਨੇ ਉਹ ਕਰਜ਼ਦਾਰੀ ਦੇ ਵਿੱਚ ਫਸਦੇ ਨੇ। ਪੋਵਰਟੀ ਇੱਕ ਵਨ ਆਫ ਦਾ ਮੇਜਰ ਰੀਜ਼ਨਸ ਹੈ। ਪੋਵਰਟੀ ਕਿਉਂ? ਦੇਖੋ, ਜੇਕਰ ਵਿਅਕਤੀ ਗਰੀਬ ਹੈ ਤਾਂ ਗਰੀਬ ਨੂੰ ਕਰਜ਼ਾ ਲੈਣ ਦੀ ਜ਼ਰੂਰਤ ਹੁੰਦੀ ਹੈ, ਤੇ ਜਦੋਂ ਗਰੀਬ ਕਰਜ਼ਾ ਲੈਂਦਾ ਹੈ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਤੇ ਫਿਰ ਉਹ ਜਦੋਂ ਲੋਨ ਲੈ ਪੈਸਾ ਹੁੰਦਾ ਹੈ ਉਹਦੇ ਤੇ ਵਿਆਜ ਜੋੜ ਕੇ ਵੱਡਾ ਰੂਪ ਧਾਰਨ ਕਰੇਗਾ ਨਾ ਅਮਾਉਂਟ ਦਾ, ਤਾਂ ਫਿਰ ਗਰੀਬੀ ਇੰਡੈਟਡਨੈਸ ਨੂੰ ਜਨਮ ਦੇਗੀ ਐਜ਼ ਅ ਰਿਜ਼ਲਟ। तो इस तरह पॉवर्टी गरीबी इंडैटडनेस ਦਾ ਹੋਣ ਦੇ ਲਈ ਇੱਕ ਵਨ ਆਫ ਦਾ ਮੇਜਰ ਰੀਜ਼ਨਸ ਹੈ, ਮੁੱਖ ਕਾਰਨ ਹੈ। ਮੁੱਖ ਕਾਰਨਾਂ ਦੇ ਵਿੱਚੋਂ ਇੱਕ ਮੁੱਖ ਕਾਰਨ ਹੈ ਜੋ ਪਿੰਡੂ ਲੋਕਾਂ ਨੂੰ ਪੋਵਰਟੀ ਦੇ ਕਾਰਨ ਇੰਡੈਟਡਨੈਸ ਦੇ ਵਿੱਚੋਂ ਹੋਣਾ ਪੈਂਦਾ ਹੈ। ਸੈਕੰਡ ਪੁਆਇੰਟ, ਐਨਸੈਸਟਰਲ ਡੈਟ। ਐਨਸੈਸਟਰਲ ਡੈਟ ਮੀਨਸ ਹੁੰਦਾ ਹੈ ਜੋ ਪੂਰਵਜ ਪੁਰਾਣੇ ਜਿਨ੍ਹਾਂ ਨੇ ਕਰਜ਼ਾ ਲਿਆ ਹੁੰਦਾ ਹੈ ਉਹ ਕਰਜ਼ੇ ਦੇ ਵਿੱਚ ਹੀ ਮਰ ਜਾਂਦੇ ਨੇ, ਫਿਰ ਜਿਹੜੀ ਉਹਨਾਂ ਦੀ ਜਨਰੇਸ਼ਨਸ ਹੁੰਦੀ, ਪੀੜ੍ਹੀ ਹੁੰਦੀ ਹੈ, ਉਹਨਾਂ ਨੂੰ ਉਹ ਕਰਜ਼ਾ ਉਤਾਰਨਾ ਪੈਂਦਾ ਹੈ। ਓਕੇ, ਤਾਂ ਫਿਰ ਐਨਸੈਸਟਰਲ ਡੈਟ ਵੀ ਜਿਹੜਾ ਕਰਜ਼ਾ ਹੁੰਦਾ ਹੈ ਪੁਰਾਤਨ ਲੋਕਾਂ ਦਾ, ਉਹ ਵੀ ਗਰੀਬ ਜਿਹੜੇ ਪਿੰਡੂ ਲੋਕ ਹੁੰਦੇ ਨੇ ਉਹਨਾਂ ਨੂੰ ਇੰਡੈਟਡਨੈਸ ਕਰਜ਼ਦਾਰੀ ਦੇ ਵਿੱਚ ਫਸਣ ਦੇ ਲਈ ਰੀਜ਼ਨ ਕਾਰਨ ਬਣਦੀ ਹੈ ਐਨਸੈਸਟਰਲ ਡੈਟ। ਓਕੇ, ਐਨਸੈਸਟਰਲ ਡੈਟ ਵੀ ਪਿੰਡੂ ਲੋਕਾਂ ਨੂੰ ਇੰਡੈਟਡਨੈਸ ਕਰਜ਼ਦਾਰੀ ਦੇ ਵਿੱਚ ਫਸਣ ਦੇ ਲਈ ਇੱਕ ਅਨਦਰ ਮੇਜਰ ਰੀਜ਼ਨ ਹੈਗਾ ਵਾ। ਓਕੇ, ਲਿਟੀਗੇਸ਼ਨ। ਲਿਟੀਗੇਸ਼ਨ ਕੀ ਹੁੰਦਾ ਹੈ? ਲੜਾਈ ਝਗੜੇ। ਓਕੇ, ਹੁਣ ਦੇਖੋ ਜਿਹੜੇ ਪਿੰਡ ਵਾਲੇ ਲੋਕ ਹੁੰਦੇ ਨੇ, ਜੇ ਆਪਾਂ ਖੇਤੀ ਦੀ ਗੱਲ ਕਰੀਏ ਤਾਂ ਹੁਣ ਵੱਟ ਤੇ ਉਹ ਲੜ ਪੈਂਦੇ ਨੇ। ਪਾਣੀ ਦੀ ਲੜਾਈ ਹੋ ਗਈ, ਕੋਈ ਨਿੱਕੀਆਂ ਮੁੱਢੀਆਂ ਗੱਲਾਂ ਹੋ ਗਈਆਂ, ਤਾਂ ਇੱਥੋਂ ਇਹਨਾਂ ਦੀਆਂ ਲੜਾਈਆਂ ਇੰਨੀਆਂ ਵੱਧ ਜਾਂਦੀਆਂ ਨੇ ਕਿ ਇਹਨਾਂ ਨੂੰ ਕੋਰਟ ਕਚਹਿਰੀ ਹੋਣਾ ਪੈਂਦਾ ਹੈ। ਤਾਂ ਕੋਰਟ ਕਚਹਿਰੀ ਹੋਣ ਦੇ ਲਈ ਵੀ ਪੈਸਾ ਲੱਗੇਗਾ। ਦੈਨ ਸ਼ਾਹੂਕਾਰਾਂ ਤੋਂ, ਆੜ੍ਹਤੀਆਂ ਤੋਂ ਪੈਸੇ ਦੀ ਡਿਮਾਂਡ ਕਰਨਗੇ, ਤਾਂ ਫਿਰ ਉਹ ਪੈਸਾ ਆਪਣੀ ਲੜਾਈ ਝਗੜੇ ਤੇ ਲਾਣਗੇ। ਹੁਣ ਇਸੇ ਪੈਸੇ ਨੂੰ ਵਿਆਜ ਵੀ ਤੇ ਲੱਗੇਗੀ ਨਾ, ਵਾਪਸ ਮੋੜਨਾ ਹੈਗਾ। ਹੁਣ ਉਧਰੋਂ ਫਸਲਾਂ ਵੀ ਕਰਨੀਆਂ ਨੇ, ਫਸਲਾਂ ਦੇ ਲਈ ਪੈਸਾ ਚੱਕਣਾ ਹੈਗਾ, ਉਧਰੋਂ ਫਿਰ ਲੜਾਈ ਝਗੜੇ ਲਈ ਪੈਸਾ ਚੱਕਣਾ ਹੈਗਾ। ਤਾਂ 올 ਟੂਗੈਦਰ ਉਹ ਜਦੋਂ ਦੋਨਾਂ ਪਾਸੋਂ ਕਰਜ਼ੇ ਚੱਕਣੇ ਨੇ ਤਾਂ ਪੈਸੇ ਤਾਂ ਮੋਟੇ ਬਣ ਜਾਣੇ ਨੇ, ਜਿਹਦੇ ਕਰਕੇ ਲੜਾਈ ਝਗੜਾ ਵੀ ਗਰੀਬ ਲੋਕਾਂ ਦਾ ਕਰਜ਼ਦਾਰੀ ਦੇ ਵਿੱਚ ਫਸਣ ਦੇ ਲਈ ਕਾਰਨ ਬਣਦੀ ਹੈ। ਓਕੇ, ਨੈਕਸਟ, ਬੈਕਵਰਡਨੈਸ ਆਫ ਐਗਰੀਕਲਚਰ। ਬੈਕਵਰਡਨੈਸ ਆਫ ਐਗਰੀਕਲਚਰ ਕੀ ਹੈਗਾ ਵਾ ਕਿ ਖੇਤੀਬਾੜੀ ਕਰਦੇ ਨੇ ਪਰ ਖੇਤੀਬਾੜੀ ਦੇ ਵਿੱਚ ਉਹਨਾਂ ਨੂੰ ਉਹ ਟੈਕਨੀਕ ਹਾਸਲ ਨਹੀਂ ਹੈਗੀ ਜੋ ਉਹਨਾਂ ਦੀ ਖੇਤੀ ਦੀ ਪੈਦਾਵਾਰ ਵਿੱਚ ਵਾਧਾ ਹੋ ਜਾਂਦਾ ਹੈ, ਤੇ ਉਹ ਨਵੇਂ ਤਕਨੀਕਾਂ ਅਪਣਾਉਣ। ਤੇ ਇਸ ਲਈ ਉਹ ਜਦੋਂ ਬੈਕਵਰਡ ਹੁੰਦੇ ਨੇ, ਪਛੜੇ ਹੋਏ ਹੁੰਦੇ ਨੇ, ਤਾਂ ਪਛੜੇਪਨ ਹੋਣ ਕਰਕੇ ਉਹਨਾਂ ਨੂੰ ਖੇਤੀ ਦੀ ਉਨੀ ਪੈਦਾਵਾਰ ਨਹੀਂ ਮਿਲ ਪਾਉਂਦੀ, ਉਹ ਇੰਨੀ ਉਪਜ ਨਹੀਂ ਕਰ ਪਾਉਂਦੇ। ਹਾੜੀ ਸੌਣੀ ਦੇ ਵਿੱਚ ਸਿਰਫ ਕਣਕ ਤੇ ਚਾਵਲ ਹੀ ਬੀਜਦੇ ਨੇ, ਉਸ ਤੋਂ ਇਲਾਵਾ ਕੀ ਹੋਰ ਫਸਲਾਂ ਵੱਲ ਧਿਆਨ ਨਹੀਂ ਜਾਂਦਾ ਉਹਨਾਂ ਦਾ, ਜਿਹਦੇ ਕਰਕੇ ਬੈਕਵਰਡਨੈਸ ਹੋਣ ਕਰਕੇ ਉਹ ਲਿਮਿਟਡ ਫਸਲਾਂ ਪ੍ਰੋਡਿਊਸ ਕਰਦੇ ਨੇ। ਤੇ ਜਦੋਂ ਲਿਮਿਟਡ ਹੁੰਦੀਆਂ ਨੇ ਉਨੀ ਉਪਜ ਨਹੀਂ ਹੁੰਦੀ, ਝਾੜ ਨਹੀਂ ਨਿਕਲਦਾ, ਜਿਹਦੇ ਕਰਕੇ ਉਹਨਾਂ ਨੂੰ ਜਿਹੜੇ ਲਏ ਪੈਸੇ ਹੁੰਦੇ ਨੇ ਵਾਪਸ ਉਹ ਵੀ ਨਹੀਂ ਮੁੜ ਪਾਉਂਦੇ, ਉਹਨਾਂ ਦੇ ਚੋਂ ਕੁਝ ਬਚ ਜਾਂਦੇ ਨੇ, ਤੇ ਬਚੇ ਹੋਏ ਪੈਸੇ ਦੇ ਵਿੱਚ ਹੋਰ ਪੈਸੇ ਐਡ ਹੋ ਕੇ ਉਹ ਵਿਆਜ ਜੁੜੀ ਜਾਏਗੀ, ਤੇ ਜਿਹੜੇ ਪਿੰਡੂ ਲੋਕ ਹੋਣਗੇ ਉਹ ਕਰਜ਼ਦਾਰੀ ਦੇ ਵਿੱਚ ਫਸਦੇ ਜਾਣਗੇ। ਐਜ਼ ਅ ਰਿਜ਼ਲਟ ਬੈਕਵਰਡਨੈਸ ਵੀ ਕਾਰਨ ਬਣੀ ਕਰਜ਼ਦਾਰੀ ਦਾ। ਓਕੇ, ਨੈਕਸਟ, ਐਕਸਟਰਾਵੇਜੈਂਟ ਐਕਸਪੈਂਡੀਚਰ। ਐਕਸਟਰਾਵੇਜੈਂਟ ਕੀ ਚੀਜ਼ ਹੁੰਦੀ ਹੈ? ਫਾਲਤੂ ਬੋਲਦੇ ਇਸ ਚੀਜ਼ ਨੂੰ ਪੰਜਾਬੀ ਦੇ ਵਿੱਚ, ਫਾਲਤੂ। ਐਕਸਟਰਾਵੇਜੈਂਟ ਮੀਨਸ ਫਾਲਤੂ ਖਰਚੇ। ਹੁਣ ਫਾਲਤੂ ਖਰਚੇ ਕਿਸ ਤਰ੍ਹਾਂ ਗਰੀਬ ਦੇ ਕਰਜ਼ਦਾਰੀ ਦੇ ਵਿੱਚ ਹੋਣ ਦੇ ਕਾਰਨ ਹੁੰਦਾ ਹੈ? ਜਿਵੇਂ ਸਪੋਜ਼ ਕਰੋ ਵਿਆਹ ਸ਼ਾਦੀ ਕਰਨਾ ਹੈ ਤਾਂ ਪਿੰਡਾਂ ਵਾਲੇ ਕੀ ਸੋਚ ਕੀ ਹੁੰਦੀ ਵੀ ਤਗੜਾ ਵਿਆਹ ਕਰਨਾ, ਪਤਾ ਚੱਲੇ ਵੀ ਹਾਂ ਵਾਕਿਆ ਵੀ ਇਹਨਾਂ ਬੰਦਿਆਂ ਨੇ ਵਿਆਹ ਕੀਤਾ ਸੀ। ਤਾਂ ਫਿਰ ਜਿੱਥੇ ਵਿਆਹ 1 1.5 ਲੱਖ 'ਚ ਹੋਣਾ ਹੈ ਤਾਂ ਉੱਥੇ 5-7 ਲੱਖ ਖਰਚਾ ਕਾਹਨੂੰ ਕਰਨਾ? ਓਕੇ, ਤੇ ਜਦੋਂ 1.5 ਲੱਖ ਦਾ ਵਿਆਹ 4.5 ਲੱਖ ਸਾਰੇ 5 ਲੱਖ 'ਚ ਲੈ ਕੇ ਜਾਣਾ ਵਾ ਤੇ ਫਿਰ ਖਰਚੇ ਤਾਂ ਵਧਣਗੇ। ਹੋ ਸਕਦਾ ਹੈ 5 ਲੱਖ ਕਈਆਂ ਘਰੇ ਥੋੜੀ ਪਿਆ ਹੁੰਦਾ ਹਰ ਇੱਕ ਦੇ, ਤਾਂ 5 ਲੱਖ ਦੇ ਲਈ 2 ਲੱਖ ਹੋਏਗਾ, ਵੱਧ ਤੋਂ ਵੱਧ ਘਰੇ 3 ਲੱਖ ਦਾ ਤਾਂ ਵਿਆਹ ਚੱਕਣਗੇ। ਹੁਣ ਜਿਹੜੀ 3 ਲੱਖ ਦੀ
ਵਿਆਜ ਹੋਏਗੀ, ਹੁਣ ਵਾਪਸ ਵੀ ਉਹਨੂੰ ਕਰਨਾ ਹੈ, ਮੂਲ ਦਿੰਦੇ ਜਾਂ ਨਹੀਂ ਦਿੰਦੇ ਵਿਆਜ ਜੁੜੇਗਾ, ਤਾਂ ਹੁਣ ਫਿਰ ਐਕਸਟਰਾ ਏਜੰਟ ਵੀ ਤਾਂ ਕਰਜ਼ਦਾਰੀ ਦਾ ਕਾਰਨ ਬਣੇਗਾ। ਇਹਦੇ ਵਿੱਚ ਦੇਖੋ ਕੋਈ ਮਰਗ ਹੋ ਗਈ, ਗਏ ਆੜਤੀ ਕੋਲੇ ਜਨਾਬ ਦੇਣਾ ਸਾਨੂੰ ਕੁਝ ਪੈਸੇ, ਫਲਾਣੇ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਮਰਗ ਹੋ ਗਈ ਹੈ, ਤਾਂ ਉੱਥੋਂ ਪੈਸੇ ਚੱਕੇ ਐਡ ਹੋ ਗਏ। ਫਿਰ ਘਰ 'ਚ ਬਰਥਡੇ ਕਰਨਾ ਹੈ, ਬਰਥਡੇ ਵੱਡਾ ਕਰਤਾ, ਪੈਸੇ ਚੱਕੇ ਬਰਥਡੇ ਕਰ ਦਿੱਤਾ, ਉਹ ਵੀ ਪੈਸੇ ਜੁੜ ਗਏ। ਤਾਂ ਨਿੱਕੇ ਨਿੱਕੇ ਖਰਚੇ ਜਿਹੜੇ ਰੋਕ ਸਕਦੇ ਸੀਗੇ ਪਰ ਉਹ ਵੱਧਦੇ ਗਏ, ਤੇ ਵਧਣ ਦੇ ਕਰਕੇ ਇਹ ਕਾਰਨ ਬਣਿਆ ਕਰਜ਼ਦਾਰੀ ਦਾ ਪੇਂਡੂ ਸਮਾਜ ਦਾ। ਓਕੇ, ਨੈਕਸਟ ਮਾਲ ਪ੍ਰੈਕਟਿਸਿਸ ਆਫ ਦ ਮਨੀ ਲੈਂਡਰਸ। ਮਾਲ ਪ੍ਰੈਕਟਿਸ ਹੁੰਦੀ ਹੈ ਚਲਾਕੀਆਂ, ਚਤੁਰ ਚਲਾਕੀਆਂ, ਜਿਹੜੇ ਪੈਸਾ ਦੇਣ ਵਾਲੇ ਹੁੰਦੇ ਨਾ ਸ਼ਾਹੂਕਾਰ, ਉਹਨਾਂ ਦੀਆਂ ਚਲਾਕੀਆਂ। ਹੁਣ ਜਦੋਂ ਪੈਸੇ ਮੋੜਦੇ ਆ ਨਾ ਤੇ ਉਹ ਵਿਆਜ ਕੱਟਦੇ ਆ, ਮੂਲ ਉੱਥੇ ਦਾ ਉੱਥੇ ਖੜਾ ਰਹਿੰਦਾ ਹੈ। ਅਦਰ ਥਿੰਗ, ਇਹ ਵਿਆਜ ਨੂੰ ਵੀ ਵਿਆਜ ਲਾਉਂਦੇ ਨੇ ਜਿਹੜੇ ਗਰੀਬ ਵਿਚਾਰੇ, ਪਰ ਜਿਹੜੇ ਗਰੀਬ ਹੁੰਦੇ ਨੇ, ਭੋਲੇ ਭਾਲੇ ਹੁੰਦੇ ਨੇ, ਇਹਨਾਂ ਦਾ ਇੰਨਾ ਪੜ੍ਹੇ ਲਿਖੇ ਨਾ ਹੋਣ ਕਰਕੇ ਚਤੁਰ ਚਲਾਕ ਨਹੀਂ ਹੁੰਦੇ, ਤਾਂ ਫਿਰ ਉਹ ਜਿਹੜੇ ਪੈਸੇ ਦੇਣ ਜਾਂਦੇ ਨੇ ਉਹ ਵਿਆਜ ਨੂੰ ਵਿਆਜ ਲਾਉਂਦੇ ਨੇ। ਤੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਸਾਡਾ ਉਤਰਦਾ ਕਿਉਂ ਨਹੀਂ ਪਿਆ, ਕਿਉਂਕਿ ਇਹ ਮਨੀ ਲੈਂਡਰ ਦੀਆਂ ਚਲਾਕੀਆਂ ਹੁੰਦੀਆਂ ਨੇ। ਉਹ ਵਿਆਜ ਨੂੰ ਵਿਆਜ ਲਾ ਕੇ ਇਹ ਪੈਸੇ ਨੂੰ ਪੈਸਾ ਵਧਾਈ ਜਾਂਦੇ ਨੇ, ਜਿਹਦੇ ਕਰਕੇ ਗਰੀਬ ਕਰਜ਼ਦਾਰੀ ਦੇ ਵਿੱਚ ਫਸਿਆ ਰਹਿੰਦਾ ਹੈ। ਇਸ ਲਈ ਜਿਹੜਾ ਮਨੀ ਲੈਂਡਰ ਦੀ ਮਾਲ ਪ੍ਰੈਕਟਿਸ ਹੈ ਉਹ ਵੀ ਕਰਜ਼ਦਾਰੀ ਵਿੱਚ ਫਸਣ ਦੇ ਲਈ ਇੱਕ ਇੰਪੋਰਟੈਂਟ ਰੀਜ਼ਨ ਬਣਦਾ ਹੈ। ਨੈਕਸਟ ਹੈ ਹਾਈ ਰੇਟਸ ਆਫ ਇੰਟਰਸਟ। ਜੇ ਕੋਈ ਵਿਅਕਤੀ ਕਰਜ਼ਾ ਲੈਂਦਾ ਹੈ ਤਾਂ ਉਹਦੀ ਵਿਆਜ ਬੜੀ ਜ਼ਿਆਦਾ ਹੋਏਗੀ, 5% ਜਾਂ 10%, ਤਾਂ ਉਨੀ ਬੰਦੇ ਨੂੰ ਇਨਕਮ ਨਹੀਂ ਹੋਏਗੀ ਜਿੰਨੀ ਉਹਦੀ ਵਿਆਜ ਬਣ ਜਾਂਦੀ ਹੋਣੀ ਹੈ। ਤੇ ਵਿਆਜ ਜੇ ਟਾਈਮ ਨਹੀਂ ਦਿੱਤੀ ਜਾਂਦੀ ਹੋਏਗੀ, ਬੰਦੇ ਨੇ ਘਰ ਦੇ ਖਰਚੇ ਵੀ ਚਲਾਣੇ ਨੇ, ਹੋਰ ਸੋ ਜਗ੍ਹਾ ਵਰਤਣਾ ਹੈ, ਤਾਂ ਹੋ ਸਕਦਾ ਪੂਰੀ ਵਿਆਜ ਨਾ ਦੇ ਸਕਦਾ ਹੋਵੇ, ਉਧਰੋਂ ਵਿਆਜ ਨੂੰ ਵਿਆਜ ਵੀ ਲੱਗੀ ਜਾਏਗੀ, ਉੱਪਰੋਂ ਹੈ ਹਾਈ ਰੇਟ ਵਿਆਜ ਦਾ, ਬਹੁਤ ਜ਼ਿਆਦਾ ਵਿਆਜ ਹੈਗੀ ਹੈ, ਤਾਂ ਫਿਰ ਇਹ ਵੀ ਡਾਇਰੈਕਟਲੀ ਰੀਜ਼ਨ ਬਣੇਗਾ ਇੰਡੈਟਡਨੈਸ ਹੋਣ ਦਾ, ਕਰਜ਼ਦਾਰੀ ਹੋਣ ਦਾ ਸਿੱਧੇ ਤੌਰ ਤੇ ਕਾਰਨ ਬਣੇਗੀ। ਓਕੇ, ਨੈਕਸਟ ਹੈ ਐਕਸੈਸ ਬਰਡਨ ਆਫ ਲੈਂਡ ਰੈਵਨਿਊ ਐਂਡ ਰੈਂਟ। ਹੁਣ ਜ਼ਮੀਨ ਦੇ ਰੈਂਟ ਤੇ ਉਹਨਾਂ ਦੇ ਉੱਪਰ ਟੈਕਸ ਜਿਹੜਾ ਕਰ ਹੁੰਦਾ ਹੈ ਉਹ ਬਹੁਤ ਜ਼ਿਆਦਾ ਬਰਡਨ ਹੋ ਜਾਂਦਾ ਵਾ ਜ਼ਮੀਨ ਦਾ, ਜਿਹਦੇ ਕਰਕੇ ਉਨੀ, ਫਿਰ ਮੈਂ ਦੱਸਦਾ ਵਾਂ, ਉਨੀ ਪੈਦਾਵਾਰ ਨਹੀਂ ਹੁੰਦੀ, ਪ੍ਰੋਡਕਸ਼ਨ ਨਹੀਂ ਹੁੰਦੀ ਜਿੰਨਾ ਮੋੜ ਕੇ ਜ਼ਿਮੀਂਦਾਰਾਂ ਨੂੰ, ਸ਼ਾਹੂਕਾਰਾਂ ਨੂੰ ਵਾਪਸ ਮੋੜਨਾ ਹੁੰਦਾ ਹੈ। ਤਾਂ ਜਿਹੜਾ ਫਿਰ ਬਹੁਤ ਜ਼ਿਆਦਾ ਬਰਡਨ ਹੋ ਜਾਂਦਾ ਹੈ ਕਰ ਤੇ ਰੈਂਟ ਦਾ, ਤਾਂ ਉਹ ਵੀ ਕਾਰਨ ਬਣਦਾ ਹੈ ਇੰਡੈਟਡਨੈਸ ਦਾ। ਓਕੇ, ਇਹ ਜਿਹੜੀਆਂ ਚੀਜ਼ਾਂ ਸੀਗੀਆਂ ਆਪਾਂ ਪਹਿਲਾਂ ਦੇਖਿਆ ਸੀਗਾ ਇੰਡੈਟਡਨੈਸ ਦਾ ਡੈਫੀਨੇਸ਼ਨ ਕੀ ਹੈਗੀ ਆ, ਉਸ ਤੋਂ ਬਾਅਦ ਆਪਾਂ ਦੇਖਿਆ ਕਾਰਨ ਕੀ ਹੈਗੇ ਨੇ ਇੰਡੈਟਡਨੈਸ ਦੇ ਕਾਰਨ, ਵੀ ਕਿਹੜੇ ਕਾਰਨਾਂ ਕਰਕੇ ਜਿਹੜੇ ਪੇਂਡੂ ਲੋਕ ਹੁੰਦੇ ਨੇ ਉਹ ਕਰਜ਼ਦਾਰੀ ਦੇ ਵਿੱਚ ਫਸਦੇ ਆ। ਸੋ ਇਹ ਆਪਾਂ ਕੁਝ 8 ਪੁਆਇੰਟ ਦੇਖੇ ਆ ਇੰਡੈਟਡਨੈਸ ਦੇ ਜੋ ਕਾਰਨ ਹੈ। ਹੁਣ ਨੈਕਸਟ ਪੁਆਇੰਟ ਆਪਾਂ ਦੇਖਦੇ ਹਾਂ ਇੰਪੈਕਟ ਆਫ ਗ੍ਰੀਨ ਰੈਵੋਲੂਸ਼ਨ। ਓਕੇ, ਨੈਕਸਟ ਪਾਰਟ ਹੈ ਇਸ਼ੂਜ਼ ਦਾ ਸੈਕੰਡ ਰੂਰਲ ਸੋਸਾਇਟੀ ਦਾ ਇੰਪੈਕਟ ਆਫ ਗ੍ਰੀਨ ਰੈਵੋਲੂਸ਼ਨ, ਹਰੀ ਕ੍ਰਾਂਤੀ ਦਾ ਪ੍ਰਭਾਵ। ਇੱਕ ਚੀਜ਼ ਯਾਦ ਰੱਖਣਾ ਲਾਈਫ 'ਚ, ਅਗਰ ਕਿਸੇ ਚੀਜ਼ ਦਾ ਫਾਇਦਾ ਹੈਗਾ ਹੈ ਤਾਂ ਐਟ ਦ ਸੇਮ ਟਾਈਮ ਉਸ ਚੀਜ਼ ਦਾ ਨੁਕਸਾਨ ਵੀ ਹੋਏਗਾ। ਠੀਕ ਹੈ ਜੀ, ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਕੋਇਨ ਹੈਜ਼ ਟੂ ਸਾਈਡਸ, ਹੈ ਨਾ। ਤਾਂ ਇਸੇ ਤਰ੍ਹਾਂ ਹਰ ਇੱਕ ਇੰਪੈਕਟ, ਜੇ ਇੰਪੈਕਟ ਹੁੰਦਾ ਕਿਸੇ ਚੀਜ਼ ਦਾ, ਪ੍ਰਭਾਵ ਹੁੰਦਾ ਹੈ, ਤਾਂ ਦੋ ਵੇ ਹੁੰਦਾ ਵਾ, ਨੈਗੇਟਿਵ ਪਲੱਸ ਪੋਜ਼ਿਟਿਵ। ਇਸੇ ਤਰ੍ਹਾਂ ਗ੍ਰੀਨ ਰੈਵੋਲੂਸ਼ਨ ਹੋਈ ਸੀਗੀ ਇੰਡੀਆ ਦੇ ਵਿੱਚ, ਤਾਂ ਉਹਦਾ ਇੰਪੈਕਟ ਹੋਇਆ ਸੀਗਾ ਗ੍ਰੀਨ ਰੈਵੋਲੂਸ਼ਨ ਦਾ। ਇਸ ਨੂੰ ਹੋ ਜਾਣਨ ਦੇ ਲਈ ਮੈਂ ਤੁਹਾਨੂੰ ਥੋੜਾ ਡਿਫਾਈਨ ਕਰ ਦੇਣਾ ਵਾ ਗ੍ਰੀਨ ਰੈਵੋਲੂਸ਼ਨ ਕੀ ਹੁੰਦੀ ਹੈ। ਵਾਟ ਇਜ਼ ਗ੍ਰੀਨ ਰੈਵੋਲੂਸ਼ਨ? ਗ੍ਰੀਨ ਰੈਵੋਲੂਸ਼ਨ ਇਹਦੇ ਵਿੱਚ ਖਾਸ ਤੌਰ ਤੇ ਮੇਨਲੀ ਖੇਤੀ ਦੀ ਪ੍ਰੋਡਕਸ਼ਨ ਦੇ ਉੱਪਰ ਜ਼ੋਰ ਦਿੱਤਾ ਗਿਆ, ਧਿਆਨ ਦਿੱਤਾ ਗਿਆ। ਖੇਤੀ ਦੀ ਪ੍ਰੋਡਕਸ਼ਨ ਦੇ ਉੱਪਰ ਜ਼ੋਰ ਦਿੱਤਾ ਗਿਆ, ਤਾਂ ਜੋ ਖੇਤੀ ਦੀ ਉਪਜ ਪ੍ਰੋਡਕਸ਼ਨ ਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ, ਵਧੀਆ ਕਿਸਮ ਦੇ ਬੀਜ, ਪੈਸਟੀਸਾਈਡਸ, ਫਰਟੀਲਾਈਜ਼ਰਸ, ਮਸ਼ੀਨਸ, ਟਰੈਕਟਰਸ, ਇਹ ਸਭ ਚੀਜ਼ਾਂ ਦਾ ਇਸਤੇਮਾਲ ਕੀਤਾ ਸ਼ੁਰੂ ਹੋ ਗਿਆ। ਤੇ ਫਿਰ ਇਹਦੇ ਵਿੱਚ ਮੇਨ ਤੌਰ ਤੇ HYVS ਹਾਈ ਯੀਲਡਿੰਗ ਵੈਰਾਈਟੀ ਸੀਡਸ ਇਹ ਇਸਤੇਮਾਲ ਕੀਤੇ ਜਾਣ ਲੱਗੇ, ਜਿਹਦੇ ਕਰਕੇ ਖੇਤੀ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਾਧਾ ਹੋਇਆ ਤੇ ਉਹ ਜਲਦੀ ਹੀ ਫਸਲਾਂ ਉਪਜ ਲੈਂਦੇ ਸੀ ਤੇ ਉਹਨਾਂ ਦੀ ਝਾੜ ਵੀ ਬੜੀ ਜ਼ਿਆਦਾ ਹੁੰਦੀ ਸੀਗੀ। ਤਾਂ ਗ੍ਰੀਨ ਰੈਵੋਲੂਸ਼ਨ ਪਹਿਲੀ ਵਾਰੀ ਭਾਰਤ ਦੇ ਵਿੱਚ ਇੰਟਰੋਡਿਊਸ ਕੀਤੀ ਗਈ in the year 1961
ਓਕੇ ਗ੍ਰੀਨ ਰੈਵੋਲੂਸ਼ਨ ਭਾਰਤ ਦੇ ਵਿੱਚ ਪਹਿਲੀ ਵਾਰੀ ਇੰਟਰੋਡਿਊਸ ਕੀਤੀ ਗਈ ਇਨ ਇੰਡੀਆ ਇਨ ਦ ਈਅਰ 1960-61 1960-61 ਦੇ ਵਿੱਚ ਭਾਰਤ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਸ਼ੁਰੂ ਕੀਤੀ ਗਈ ਸੀਗੀ। ਹੁਣ ਆਪਾਂ ਦੇਖਿਆ ਵਾ ਗ੍ਰੀਨ ਰੈਵੋਲੂਸ਼ਨ ਜਿਹਦੇ ਵਿੱਚ ਉੱਚ ਕਿਸਮ ਦੇ ਬੀਜਾਂ ਦੀ ਵਰਤੋਂ ਕੀਤੀ ਜਾਣ ਲੱਗੀ। ਦੇ ਇਨ ਗ੍ਰੀਨ ਰੈਵੋਲੂਸ਼ਨ ਇਨੀਸ਼ੀਏਟਡ ਦ ਯੂਜ਼ ਆਫ ਹਾਈ ਯੀਲਡਿੰਗ ਵੈਰਾਈਟੀ ਸੀਡਸ ਵਿਚ ਹੈਲਪ ਦ ਕ੍ਰੌਪ ਟੂ ਪ੍ਰੋਡਿਊਸ ਮੋਰ ਐਂਡ ਫਰੂਟਫੁਲ ਆਊਟਕਮਸ। ਓਕੇ ਐਂਡ ਇਹ ਪਹਿਲੀ ਵਾਰੀ ਭਾਰਤ ਵਿੱਚ 1960-61 ਦੇ ਵਿੱਚ ਇਸਤੇਮਾਲ ਕੀਤੀ ਗਈ ਸੀਗੀ। ਜਦੋਂ 1960-61 ਵਿੱਚ ਇਸਤੇਮਾਲ ਕੀਤੀ ਗਈ ਸੀਗੀ ਤਾਂ ਇਹਦਾ ਅੱਛਾ ਰਿਜ਼ਲਟ ਦੇਖਣ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਇਹਨੂੰ ਲਾਗੂ ਕਰ ਦਿੱਤਾ ਗਿਆ। ਓਕੇ 1966 ਦੇ ਵਿੱਚ ਯਾਦ ਰੱਖਿਆ ਜੇ। ਓਕੇ ਗ੍ਰੀਨ ਰੈਵੋਲੂਸ਼ਨ ਇੰਡੀਆ ਦੇ ਵਿੱਚ ਸ਼ੁਰੂ ਕੀਤੀ ਸੀਗੀ 1960-61 ਦੇ ਵਿੱਚ ਤੇ ਪੰਜਾਬ 'ਚ 1966 ਦੇ ਵਿੱਚ ਸ਼ੁਰੂ ਕੀਤੀ ਗਈ ਸੀਗੀ। ਇਹਦਾ ਅੱਛਾ ਰਿਜ਼ਲਟ ਦੇਖ ਕੇ ਹੁਣ ਮੈਂ ਆਪਾਂ ਗੱਲ ਕਰ ਰਹੇ ਸੀਗੇ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਨੈਗੇਟਿਵ ਪਲੱਸ ਪੋਜ਼ਿਟਿਵ। ਤੇ ਇਸੇ ਤਰ੍ਹਾਂ ਜਿਹੜੀ ਗ੍ਰੀਨ ਰੈਵੋਲੂਸ਼ਨ ਸੀਗੇ ਇਹਦੇ ਵੀ ਪ੍ਰਭਾਵ ਪਏ ਤੇ ਹੁਣ ਇੱਥੇ ਦੇਖਣਾ ਦੋਨਾਂ ਪਾਸੇ ਪ੍ਰਭਾਵ ਪਏ ਨੇ, ਪੋਜ਼ਿਟਿਵ ਵੀ ਤੇ ਨੈਗੇਟਿਵ ਵੀ ਗ੍ਰੀਨ ਰੈਵੋਲੂਸ਼ਨ ਦੇ। ਹੁਣ ਦੋਨੋਂ ਚੀਜ਼ਾਂ ਨੂੰ ਆਪਾਂ ਪੈਰਲਲ ਡਿਫਾਈਨ ਕਰ ਦੇਵਾਂ, ਅੰਡਰਸਟੈਂਡ ਕਰ ਦੇਵਾਂ। ਪੋਜ਼ਿਟਿਵ ਇਹਦੇ ਵਿੱਚ ਕੀ ਹੋਇਆ, ਇਨਕਰੀਜ਼ ਇਨ ਐਗਰੀਕਲਚਰ ਪ੍ਰੋਡਕਸ਼ਨ। ਪੋਜ਼ਿਟਿਵ ਕੀ ਸੀਗਾ ਗ੍ਰੀਨ ਰੈਵੋਲੂਸ਼ਨ ਦਾ ਕਿ ਐਗਰੀਕਲਚਰ ਫਸਲ ਦੀ ਪ੍ਰੋਡਕਸ਼ਨ ਦੇ ਵਿੱਚ ਵਾਧਾ ਹੋਇਆ। ਫਸਲ ਦੀ ਪ੍ਰੋਡਕਸ਼ਨ ਦੇ ਵਿੱਚ ਵਾਧਾ ਹੋਇਆ। ਆਮ ਤੌਰ ਤੇ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਦੋ ਖੇਤੀ ਦੀਆਂ ਫਸਲਾਂ ਦੀ ਖੇਤੀ ਕੀਤੀ ਜਾਂਦੀ ਸੀਗੀ, ਚਾਵਲ ਤੇ ਕਣਕ। ਜਦੋਂ ਚਾਵਲ ਤੇ ਕਣਕ ਦੀ ਫਸਲ ਕੀਤੀ ਜਾਂਦੀ ਸੀਗੀ ਤਾਂ ਉਹਨਾਂ ਦੀ ਪ੍ਰੋਡਕਸ਼ਨ ਜਿਹੜੀ ਸੀਗੀ ਬੜੀ ਜ਼ਿਆਦਾ ਵਾਧਾ ਹੋਣ ਲੱਗ ਗਿਆ। ਤਾਂ ਗ੍ਰੀਨ ਰੈਵੋਲੂਸ਼ਨ ਨੇ ਅੱਛੀ ਮਦਦ ਕੀਤੀ ਪ੍ਰੋਡਕਸ਼ਨ ਦੇ ਵਿੱਚ। ਸੈਕੰਡ, ਬੂਸਟ ਟੂ ਦ ਪ੍ਰੋਡਕਸ਼ਨ ਆਫ ਸੀਰੀਅਲਸ। ਸੀਰੀਅਲਸ ਵੀ ਫਸਲਾਂ ਹੁੰਦੀਆਂ ਨੇ। ਇਹਦੇ ਜਿਵੇਂ ਇੱਥੇ ਕਣਕ ਤੇ ਚਾਵਲ ਸੀ ਤੇ ਇਹਦੇ ਵਿੱਚ ਬਾਜਰਾ, ਜਵਾਰ, ਗੰਨਾ ਇਹ ਸਭ ਚੀਜ਼ਾਂ ਵੀ ਇਸਤੇਮਾਲ ਕੀਤੀਆਂ ਜਾਣ ਲੱਗ ਗਈਆਂ। ਓਕੇ ਕਿੱਥੇ ਸਿਰਫ ਕਣਕ ਤੇ ਚਾਵਲ ਹੀ ਪ੍ਰੋਡਿਊਸ ਕਰਦੇ ਸੀ ਪਰ ਇਹਦੇ ਨਾਲ ਅਦਰ ਕ੍ਰੌਪ ਵੀ ਇਸਤੇਮਾਲ ਕਰਨ ਲੱਗ ਗਏ। ਸ਼ੂਗਰ ਕੇਨ, ਬਾਜਰਾ, ਬੇ, ਜਵਾਰ। ਓਕੇ ਤਾਂ ਇਹ ਫਸਲਾਂ ਵੀ ਇਸਤੇਮਾਲ ਕੀਤੀਆਂ ਜਾਣ ਲੱਗ ਗਈਆਂ। ਉਹਨਾਂ ਦੀ ਬੂਸਟ ਹੋ ਗਈ ਪ੍ਰੋਡਕਸ਼ਨ ਦੇ ਵਿੱਚ। ਨੈਕਸਟ ਹੈ ਇਨਕਰੀਜ਼ ਇਨ ਦ ਪ੍ਰੋਡਕਸ਼ਨ ਆਫ ਕਮਰਸ਼ੀਅਲ ਕ੍ਰੌਪਸ। ਦਾਲਾਂ ਇਸਤੇਮਾਲ ਹੋਣ ਲੱਗ ਗਈਆਂ। ਕਣਕ ਤੇ ਚਾਵਲ ਤਾਂ ਹੋ ਰਹੇ ਆ, ਇਹਦੇ ਨਾਲ ਬਾਜਰਾ, ਜਵਾਰ, ਮੱਕੀ, ਮੇਜ ਆ ਜਾਂਦਾ ਨਾ, ਇਹ ਚੀਜ਼ਾਂ ਦਾ ਇਸਤੇਮਾਲ ਹੋਣਾ ਸ਼ੁਰੂ ਹੋ ਗਿਆ। ਤੇ ਕਮਰਸ਼ੀਅਲ ਕ੍ਰੌਪਸ ਵੀ ਦਾਲਾਂ ਵਗੈਰਾ ਇਹ ਇਸਤੇਮਾਲ ਹੋਣਾ ਸ਼ੁਰੂ ਹੋ ਗਈਆਂ ਇਹਦੇ ਨਾਲ ਕਿਉਂਕਿ ਜਿਹੜੀ ਬੇ ਸੀ ਜਾਂ ਬਾਜਰਾ ਸੀ, ਮੱਕੀ ਹੈਗੀ ਸੀਗੀ, ਬੇ ਜਿਹੜੀ ਸੀਗੀ ਇਹਦੇ ਵਿੱਚ ਜ਼ਿਆਦਾ ਫਰੂਟਫੁਲਨੈਸ ਨਹੀਂ ਹੈਗੀ ਸੀਗੀ, ਜ਼ਿਆਦਾ ਇਹ ਪ੍ਰੋਡਕਸ਼ਨ ਨਹੀਂ ਮਿਲੀ। ਪ੍ਰੋਡਕਸ਼ਨ ਮੀਨਸ ਤੋਂ ਭਾਵ ਜਿਵੇਂ ਇਹਦੇ ਵਿੱਚ ਜ਼ਿਆਦਾ ਫਰੂਟ ਨਹੀਂ ਹੋਇਆ, ਅਸਲ 'ਚ ਇਹਦੇ 'ਚ ਜ਼ਿਆਦਾ ਫਾਇਦਾ ਨਹੀਂ ਮਿਲਿਆ। ਓਕੇ ਜ਼ਿਆਦਾ ਫਾਇਦਾ ਨਾ ਮਿਲਣ ਕਰਕੇ ਫਿਰ ਇਹ ਜਿਹੜੀ ਕਮਰਸ਼ੀਅਲ ਸੀਗੀ ਇਹ ਘਟ ਕੇ ਰਹਿ ਗਈ। ਨੈਕਸਟ ਇਹ ਆਪਾਂ ਕਰ ਰਹੇ ਹਾਂ ਪੋਜ਼ਿਟਿਵ। ਇਹਦੇ ਚਾਵਲ ਕਣਕ ਦੇ ਵਿੱਚ ਪ੍ਰੋਡਕਸ਼ਨ ਵਾਧਾ ਹੋਇਆ। ਓਕੇ ਫਿਰ ਜਿਹੜੀਆਂ ਬਾਕੀ ਫਸਲਾਂ ਸੀਗੀਆਂ ਜਵਾਰ, ਬਾਜਰਾ, ਮੱਕੀ ਉਹਦੇ ਵਿੱਚ ਪ੍ਰੋਡਕਸ਼ਨ ਹੋਈ। ਇਨਕਰੀਜ਼ ਇਨ ਪ੍ਰੋਡਕਸ਼ਨ ਆਫ ਕਮਰਸ਼ੀਅਲ ਕ੍ਰੌਪ ਜਿਵੇਂ ਲੈਂਟਿਲ, ਦਾਲਾਂ ਹੁੰਦੀਆਂ ਨੇ, ਉਹਦੇ ਵਿੱਚ ਤਰੱਕੀ ਹੋਈ। ਸਿਗਨੀਫੀਕੈਂਟ ਚੇਂਜਸ ਇਨ ਦ ਕ੍ਰੌਪ ਪੈਟਰਨ। ਪਹਿਲੇ ਸਮੇਂ 'ਚ ਕੀ ਕਰਦੇ ਸੀਗੇ, ਫਸਲ ਬੀਜੀ, ਪੱਕ ਗਈ, ਕੱਟ ਲਈ, ਉਹਨੂੰ ਕੁਝ ਸਮੇਂ ਦੇ ਲਈ ਖਾਲੀ ਰੱਖਦੇ ਸੀ ਜਿਵੇਂ ਕਹਿੰਦੇ ਸੀ ਰੈਸਟ ਦਿਵਾਣੀ। ਓਕੇ ਤਾਂ ਜਿੱਥੇ ਰੈਸਟ ਦਿਵਾਣੀ ਸੀਗੀ ਤਾਂ ਗ੍ਰੀਨ ਰੈਵੋਲੂਸ਼ਨ ਦੇ ਹੋਣ ਨਾਲ ਇਹ ਹੋ ਗਿਆ ਚੇਂਜ ਵੀ ਜੇਕਰ ਕਿਸਾਨ ਫਸਲ ਕੱਟ ਕੇ ਹਟੇ ਨੇ ਤਾਂ ਉਹਨਾਂ ਨੂੰ ਵੇਟ ਕਰਨ ਦੀ ਲੋੜ ਨਹੀਂ ਹੈ, ਉਹ ਕੋਈ ਹੋਰ ਫਸਲ ਨਾਲ ਦੀ ਨਾਲ ਵੀ ਉਗਾ ਸਕਦੇ ਨੇ। ਤਾਂ ਨਵੀਂ ਟੈਕਨੋਲੋਜੀ, ਨਵੀਂ ਤਕਨੀਕ ਮਿਲੀ ਉਹਨਾਂ ਨੂੰ ਫਸਲ ਉਗਾਉਣ ਦੇ ਲਈ। ਓਕੇ ਇਹਦੇ ਨਾਲ ਨੈਕਸਟ ਨੰਬਰ 5 ਹੈ ਬੂਸਟ ਟੂ ਦੀ ਇੰਪਲੋਇਮੈਂਟ। ਹੁਣ ਇਹਨਾਂ ਖੇਤੀ ਦਾ ਕੰਮ ਹੈ, ਝਾੜ ਜ਼ਿਆਦਾ ਹੋਏਗਾ ਤੇ ਜਦੋਂ ਸਭ ਕੁਝ ਕੁਇਕਲੀ ਕਰਨਾ ਹੈ ਤਾਂ ਕਾਮੇ ਦੀ ਲੋੜ ਪਏਗੀ। ਤਾਂ ਉੱਥੇ ਇੰਪਲੋਇਮੈਂਟ ਜ਼ਿਆਦਾ ਹੋਈ, ਕਾਮਿਆਂ ਨੂੰ ਜ਼ਿਆਦਾ ਕੰਮ ਮਿਲਿਆ, ਕੰਮ ਬੜੀ ਤੇਜ਼ੀ ਨਾਲ, ਬੜੀ ਜਲਦੀ ਦੇ ਨਾਲ ਕੀਤਾ ਜਾਣਾ ਸ਼ੁਰੂ ਹੋਇਆ। ਤਾਂ ਇਸ ਵੇ ਗ੍ਰੀਨ ਰੈਵੋਲੂਸ਼ਨ ਦਾ ਪੋਜ਼ਿਟਿਵ ਵੇ ਹੋਇਆ, ਪੋਜ਼ਿਟਿਵ ਕੰਮ ਹੋਇਆ।
ठीक है जी। ਨੈਗੇਟਿਵ ਇੰਪੈਕਟ ਦੇਖਦੇ ਹਾਂ। ਨੈਗੇਟਿਵ ਇੰਪੈਕਟ ਸੀ ਕੀ ਹੋਇਆ ਸੀ, ਗਰੋਥ ਆਫ ਕੈਪੀਟਲਿਸਟ ਫਾਰਮਿੰਗ ਇਨ ਇੰਡੀਆ। ਜਿਨ੍ਹਾਂ ਕੋਲ ਪੈਸਾ ਸੀਗਾ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਸੀਗਾ, ਉਹ ਫਾਇਦਾ ਚੱਕਦੇ ਸੀ, ਉਹ ਅਮੀਰ ਹੋ ਰਹੇ ਸੀਗੇ ਤੇ ਗਰੀਬ ਹੋਈ ਜਾ ਰਹੇ ਸੀਗੇ। ਸਿਰਫ ਜਿਹੜੇ ਪੂੰਜੀਪਤੀ ਸੀਗੇ ਉਹਨਾਂ ਨੂੰ ਹੀ ਗਰੋਥ ਹੋ ਰਹੀ ਸੀਗੀ, ਗਰੀਬਾਂ ਦੀ ਗਰੋਥ ਨਹੀਂ ਹੋ ਰਹੀ ਸੀਗੀ। ਨੈਕਸਟ ਸਾਈਡ ਟਰੈਕਿੰਗ ਦ ਨੀਡ ਫॉर द ਇੰਸਟੀਟਿਊਸ਼ਨਲ ਰਿਫਾਰਮਸ ਇਨ ਇੰਡੀਅਨ ਐਗਰੀਕਲਚਰ। ਹੁਣ ਕਿਸਾਨਾਂ ਨੂੰ ਜ਼ਮੀਨ ਦਾ ਉਹ ਮੁੱਲ ਨਹੀਂ ਮਿਲ ਰਿਹਾ ਸੀ ਜਿਹੜਾ ਅਸਲ 'ਚ ਮਿਲਣਾ ਚਾਹੀਦਾ ਸੀਗਾ, ਤੇ ਇੱਥੇ ਫਿਰ ਇਹ ਅਣਦੇਖੀ ਕੀਤੀ ਜਾ ਰਹੀ ਸੀਗੀ ਕਿ ਜਿਹੜੀ ਜ਼ਰੂਰਤ ਹੈਗੀ ਹੈ ਕੁਝ ਨਵੇਂ ਸੁਧਾਰਾਂ ਦੀਆਂ ਇੰਡੀਅਨ ਐਗਰੀਕਲਚਰ ਦੇ ਵਿੱਚ, ਉਹਨਾਂ ਦੀ ਅਣਦੇਖੀ ਕੀਤੀ ਜਾ ਰਹੀ ਸੀਗੀ ਕਿਉਂਕਿ ਇਹ ਨੈਗੇਟਿਵ ਇੰਪੈਕਟ ਹੈ। ਵਾਈਡਨਿੰਗ ਡਿਸਪੈਰਿਟੀ ਇਨ ਇਨਕਮ, ਅਮੀਰ ਹੋਈ ਜਾ ਰਹੇ ਹੈ, ਗਰੀਬ ਹੋਈ ਜਾ ਰਿਹਾ ਹੈ, ਤਾਂ ਇਹਨਾਂ ਦੀ ਜਿਹੜੀ ਇਨਕਮ ਸੀ ਉਹਦੀ ਡਿਸਪੈਰਿਟੀ ਸੀਗੀ, ਅੰਤਰ ਹੋ ਗਿਆ। ਨੈਕਸਟ ਪ੍ਰੋਬਲਮ ਆਫ ਲੇਬਰ ਡਿਸਪਲੇਸਮੈਂਟ। ਇੱਥੇ ਜਿੱਥੇ ਬੂਸਟ ਸੀ ਇੰਪਲੋਇਮੈਂਟ ਨੂੰ, ਇੱਥੇ ਪ੍ਰੋਬਲਮ ਆ ਗਈ। ਪ੍ਰੋਬਲਮ ਕਿਵੇਂ ਆ ਗਈ? ਹੁਣ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਕੀ ਸੀਗਾ, ਗ੍ਰੀਨ ਰੈਵੋਲੂਸ਼ਨ ਦੇ ਵਿੱਚ ਫਸਲਾਂ ਅੱਛੀ ਕਿਸਮ ਹੋਈ, ਨਵੀਂ ਟੈਕਨੀਕਸ ਇਸਤੇਮਾਲ ਕੀਤੀਆਂ ਜਾਣ ਲੱਗੀਆਂ, ਮਸ਼ੀਨਾਂ ਆ ਗਈਆਂ, ਤੇ ਮਸ਼ੀਨਾਂ ਦੀ ਜਗ੍ਹਾ ਫਿਰ ਹੁਣ ਲੇਬਰ ਕਿੱਥੋਂ ਆ ਜਾਏਗੀ, ਮਸ਼ੀਨਾਂ ਜਦੋਂ ਕੰਮ ਕਰਨਗੀਆਂ, ਤੇ ਇੱਥੇ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ। ਤਾਂ ਇਹ ਨੈਗੇਟਿਵ ਇੰਪੈਕਟ ਪਿਆ। ਤਾਂ ਗ੍ਰੀਨ ਰੈਵੋਲੂਸ਼ਨ ਬਹੁਤ ਵੇ ਕੰਮ ਕੀਤਾ ਇਹਨੇ ਪੋਜ਼ਿਟਿਵ ਵੀ ਤੇ ਨੈਗੇਟਿਵ ਵੀ। ਇਹ ਪ੍ਰੋਬਲਮ ਹੁਣ ਆਪਾਂ ਦੋਨੋਂ ਚੀਜ਼ਾਂ ਦੇਖੀਆਂ ਨੇ, ਰੂਰਲ ਸੁਸਾਇਟੀ ਦੇ ਇਸ਼ੂਜ਼। ਪਹਿਲਾਂ ਦੇਖਿਆ ਸੀ ਇੰਡੈਕਟਡਨੈਸ, ਇਹ ਕਰਜ਼ਦਾਰੀ, ਇਹਦੇ ਕਾਰਨ ਦੇਖੇ, ਫਿਰ ਇੰਪੈਕਟ ਆਫ ਗ੍ਰੀਨ ਰੈਵੋਲੂਸ਼ਨ ਦੀ ਆਪਾਂ ਪਹਿਲੇ ਡੈਫੀਨੇਸ਼ਨ ਕੀਤੀ ਹੈ। ਗ੍ਰੀਨ ਰੈਵੋਲੂਸ਼ਨ ਕੀ ਹੁੰਦੀ ਹੈ? ਭਾਰਤ ਦੇ ਵਿੱਚ 1960 ਦੇ ਵਿੱਚ ਆਈ ਤੇ ਪੰਜਾਬ ਦੇ ਵਿੱਚ 1966 ਦੇ ਵਿੱਚ। ਓਕੇ, MN ਸ਼੍ਰੀਨਿਵਾਸਨ ਨੂੰ ਬੋਲਦੇ ਨੇ MN ਸਵਾਮੀਨਾਥਨ ਨੂੰ ਗ੍ਰੀਨ ਰੈਵੋਲੂਸ਼ਨ ਦੇ ਪਿਤਾਮਾ, ਫਾਦਰ ਆਫ ਦ ਮਾਡਰਨ ਗ੍ਰੀਨ ਰੈਵੋਲੂਸ਼ਨ। ਓਕੇ, ਇਹ ਚੀਜ਼ ਨੂੰ ਯਾਦ ਰੱਖਣਾ। ਹੁਣ ਆਪਣਾ ਲਾਸਟ ਪਾਰਟ ਹੈ ਰੂਰਲ ਸੁਸਾਇਟੀ ਦਾ ਚੇਂਜਸ ਅਕਰਿੰਗ ਇਨ ਦ ਲਾਈਫਸ ਆਫ ਰੂਰਲ ਸੁਸਾਇਟੀ। ਹੁਣ ਆਪਾਂ ਉਹ ਚੀਜ਼ ਨੂੰ ਦੇਖਦੇ ਹਾਂ, ਠੀਕ ਹੈ। ਓਕੇ students, we are back to the final part of rural society, lesson number 2. if last part है changes in rural society, ਕੀ ਬਦਲਾਵ ਆ ਰਹੇ ਨੇ ਪੁਰਾਣੇ ਸਮੇਂ ਦੇ ਵਿੱਚ। ਜਿਹੜੇ ਲੋਕ ਸਿੰਪਲ ਲਾਈਫ ਸੀਗੀ ਉਹਨਾਂ ਦੀ, ਹੁਣ ਲਾਈਫ ਉਹ ਕੰਪਲੈਕਸ ਹੋ ਰਹੀ ਹੈ। ਜਿਹੜੇ ਸਿੰਪਲ ਲਾਈਫ ਜਿਹੜੇ ਪਿੰਡਾਂ 'ਚ ਰਹਿੰਦੇ ਸੀਗੇ ਹੁਣ ਚੱਲ ਕੇ ਮਾਈਗ੍ਰੇਟ ਹੋ ਗਏ ਨੇ ਸ਼ਹਿਰਾਂ ਦੇ ਵਿੱਚ, ਤਾਂ ਇਹਨਾਂ ਦੇ ਵਿੱਚ ਇਹ ਬਦਲਾਵ ਆ ਗਏ ਨੇ। ਤਾਂ ਕੁਝ ਬਦਲਾਵ ਆਪਾਂ ਇੱਥੇ ਲਿਖੇ ਹੈਗੇ ਨੇ, ਇਹਨਾਂ ਦੇ ਉੱਪਰ ਚਰਚਾ ਕਰਾਂਗੇ। ਪਹਿਲੀ ਚੀਜ਼, ਚੇਂਜ ਇਨ ਦ ਕਾਸਟ ਸਿਸਟਮ। ਆਪਾਂ ਅਰਲੀਅਰ ਦੇਖਿਆ ਸੀਗਾ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਪਿੰਡਾਂ ਵਾਲੇ ਕਾਸਟ ਪੰਚਾਇਤ ਜਾਂ ਪੰਚਾਇਤ ਰਾਜ ਸਿਸਟਮ ਦੇ ਉੱਪਰ ਬਿਲੀਵ ਕਰਦੇ ਨੇ। ਤਾਂ ਉਸ ਸਮੇਂ ਲੋਕਾਂ ਨੂੰ ਉਹਨਾਂ ਦੀ ਕਾਸਟ ਤੋਂ ਜਾਣਿਆ ਜਾਂਦਾ ਸੀ, ਜਿਹੜੀ ਕਾਸਟ ਦੇ ਵਿੱਚ ਉਹ ਪੈਦਾ ਹੋਏ ਹੁੰਦੇ ਸੀਗੇ। ਓਕੇ, ਤਾਂ ਜਦੋਂ ਬਦਲਾਵ ਹੋ ਗਿਆ ਕਾਸਟ ਸਿਸਟਮ ਦੇ ਵਿੱਚ, ਤਾਂ ਬ੍ਰਿਟਿਸ਼ ਦੇ ਆਉਣ ਨਾਲ ਜਿਹੜੀ ਕਾਸਟ ਸਿਸਟਮ ਸੀ ਉਹ ਡਿਕਲਾਈਨ ਹੋ ਗਈ। ਓਕੇ, ਘਟ ਗਈ। ਹੁਣ ਜਿੱਥੇ ਬ੍ਰਾਹਮਣ ਤੇ ਛਤਰੀਆ ਸੀਗੇ, ਹਾਈ ਸੁਸਾਇਟੀ ਦੇ ਬ੍ਰਾਹਮਣ ਟੀਚਿੰਗ ਦਾ ਕੰਮ ਕਰਦੇ ਸੀ, ਛਤਰੀਆ ਘੱਟ-ਵੱਧ ਦਾ ਕੰਮ ਕਰਦੇ ਸੀਗੇ, ਡਿਫੈਂਡਿੰਗ, ਤੇ ਇਹ ਦੋਨੋਂ ਫਾਰਮਿੰਗ ਕਰਨ ਲੱਗ ਗਏ। ਇਹ ਬਦਲਾਵ ਹੋਣਾ ਸ਼ੁਰੂ ਹੋ ਗਿਆ। ਹੁਣ ਜਿਹੜੇ ਕਾਸਟ ਸੀਗੀ ਕਿਤੇ ਉਹਨਾਂ ਨੂੰ ਆਪਣੀ ਜੱਦੀ ਹੈਰੀਟੇਜ ਉਹ ਓਕੂਪੇਸ਼ਨ ਅਪਣਾਉਣੇ ਪੈਂਦੇ ਸੀ, ਤਾਂ ਉੱਥੇ ਆਪਣੀ ਮਰਜ਼ੀ ਨਾਲ ਕੋਈ ਪ੍ਰੋਫੈਸ਼ਨ ਜਿਹੜੇ ਸਕਿਲਫੁਲ ਹੈ ਉਹ ਉੱਥੇ ਕਾਸਟ ਵਾਲੇ ਅਪਣਾ ਸਕਦੇ ਸੀਗੇ। ਤਾਂ ਕਾਸਟ ਦੇ ਵਿੱਚ ਬੜਾ ਜ਼ਿਆਦਾ ਬਦਲਾਵ ਹੋਣਾ ਸ਼ੁਰੂ ਹੋ ਗਿਆ। ਹੁਣ ਕਿਤੇ ਕਾਸਟ ਦੇ ਨਾਲ ਦੇਖਦੇ ਸੀ, ਲੋਕਾਂ ਨੂੰ ਜੱਜ ਕਰਦੇ ਸੀ। ਹੁਣ ਕਾਸਟ ਦੇ ਨਾਲ ਨਹੀਂ ਬਲਕਿ ਉਹਨਾਂ ਦੀ ਕਮਾਈ, ਰੁਤਬਾ, ਸਟੈਂਡਰਡ, ਕੱਪੜਾ, ਖਾਣਾ ਪੀਣਾ, ਇਹ ਸਭ ਦੇਖਿਆ ਗਿਆ ਤੇ ਇਹਦੇ ਨਾਲ ਅਗਲੇ ਨੂੰ ਥੋੜਾ ਜਿਹਾ ਜੱਜ ਕਰਦੇ ਸੀ, ਹਾਂ ਵਿਅਕਤੀ ਅੱਛਾ ਹੈ। ਨੈਕਸਟ, ਜਜਮਾਨੀ ਸਿਸਟਮ ਕੀ ਹੈ? ਜਜਮਾਨੀ ਸਿਸਟਮ ਦੇ ਵਿੱਚ ਮੇਨਲੀ ਦੋ ਬੰਦੇ ਕੰਮ ਕਰਦੇ ਨੇ। ਦੋ ਬੰਦੇ, ਜਜਮਨ ਤੇ ਕਾਮੇ। ਜਜਮਨ ਜੋ ਸਰਵਿਸ ਲੈਂਦਾ ਹੈ ਤੇ ਕਾਮੇ ਜੋ ਸਰਵਿਸ ਰੈਂਡਰ ਕਰਦੇ, ਸਰਵਿਸ ਦਿੰਦੇ ਹੈ। ਓਕੇ, ਤਾਂ ਨਾ ਤਾਂ ਜਜਮਨ ਕਾਮੇ ਬਿਨਾਂ ਰਹਿ ਸਕਦਾ ਤੇ ਨਾ ਕਾਮਾ ਜਜਮਨ ਬਿਨਾਂ ਰਹਿ ਸਕਦਾ ਹੈ, ਕਿਉਂਕਿ ਜਜਮਨ ਨੂੰ ਕੰਮ ਕਰਨ ਲਈ ਬੰਦੇ ਚਾਹੀਦੇ ਨੇ ਤੇ ਬੰਦਿਆਂ ਨੂੰ ਪੈਸਾ ਚਾਹੀਦਾ ਕਮਾਉਣ ਦੇ ਲਈ। ਸੋ ਆਪਣੀ ਲੇਬਰ ਵੇਚਦੇ ਨੇ, ਇਹ ਇਹਨਾਂ ਨੂੰ ਪੈਸੇ ਦਿੰਦੇ ਨੇ। ਓਕੇ, ਤਾਂ ਕਿਤੇ ਬੰਦੇ ਜਿਹੜੇ ਸੀਗੇ ਪਿੰਡਾਂ ਵਾਲੇ ਉਹ ਆਪ ਕੰਮ ਕਰਦੇ ਸੀ, ਕਿਤੇ ਹੁਣ ਕਾਮੇ ਆਣੇ ਸ਼ੁਰੂ ਹੋ ਗਏ। ਫੈਮਿਲੀ, ਜਿੱਥੇ ਫੈਮਿਲੀ ਜੁਆਇੰਟ ਸੀ ਉਹ ਚੇਂਜ ਹੋ ਕੇ ਨਿਊਕਲੀਅਰ ਹੋ ਗਈ। ਓਕੇ,
ਜਿੱਥੇ ਇਕੱਠੇ ਪਰਿਵਾਰ ਰਹਿੰਦੇ ਸੀ ਹੁਣ ਅਲੱਗ-ਅਲੱਗ ਹੋਣ ਕੇ ਰਹਿਣਾ ਸ਼ੁਰੂ ਕਰ ਦਿੱਤੇ ਤਾਂ ਇਹ ਬਦਲਾਵ ਹੋਇਆ। ਕਲਚਰ ਦੇਖੋ ਬ੍ਰਿਟਿਸ਼ ਦੇ ਆਉਣ ਨਾਲ ਪੂਰੀ ਇੰਡੀਆ ਨੂੰ ਉਹਨਾਂ ਨੇ ਪ੍ਰਭਾਵਿਤ ਕੀਤਾ ਹੈ ਤੇ ਇਹ ਖਾਸ ਕਰਕੇ ਇਹ ਪੇਂਡੂ ਸਮਾਜ ਇਹ ਵੀ ਪ੍ਰਭਾਵਿਤ ਹੋਏ ਨੇ, ਜਿੱਥੇ ਲੋਕ ਆਪਣੇ ਕਲਚਰ ਨੂੰ ਅਪਣਾਉਂਦੇ ਸੀ, ਆਪਣੇ ਕਲਚਰ 'ਚ ਰਹਿੰਦੇ ਸੀ, ਕੱਪੜਾ ਲੇੜਾ ਪਾਉਂਦੇ ਸੀ। ਤਾਂ ਬ੍ਰਿਟਿਸ਼ਰ ਦੇ ਆਉਣ ਨਾਲ ਦੋਨਾਂ ਦੇ ਮੇਲ ਤੇ ਫੀਮੇਲ ਇਹਨਾਂ ਦੇ ਕੱਪੜਾ ਪਹਿਰਾਵਾ ਚੇਂਜ ਹੋਣਾ ਸ਼ੁਰੂ ਹੋ ਗਿਆ। ਓਕੇ, ਕਿਤੇ ਮਿਲ 'ਚ ਬਣੇ ਕੱਪੜੇ ਪਾਇਆ ਕਰਦੇ ਸੀਗੇ, ਕਿਤੇ ਹੁਣ ਵੈਸਟਰਨ ਜਿਹੜੇ ਲੋਕ ਸੀਗੇ ਉਹਨਾਂ ਦੁਆਰਾ ਪ੍ਰਚਲਿਤ ਜਿਹੜੀ ਚੀਜ਼ ਸੀਗੀ ਉਹਨੂੰ ਕੰਟੀਨਿਊ ਅੱਗੇ ਕੀਤਾ ਗਿਆ। ਤਾਂ ਇਹਦੇ ਨਾਲ ਨਾਲ ਡਰੈਸਿੰਗ ਸਿਰਫ ਕੱਪੜਿਆਂ 'ਚ ਹੀ ਨਹੀਂ ਆਈ, ਰਹਿਣ ਸਹਿਣ, ਬੋਲ ਚਾਲ, ਬਿਹੇਵੀਅਰ, ਇਹ ਸਾਰਾ ਕਲਚਰ ਹੀ ਬਦਲਿਆ ਗਿਆ। ਹੁਣ ਜਿਵੇਂ ਆਮ ਤੌਰ ਤੇ ਇੰਗਲਿਸ਼ ਪਿੱਛੇ ਭੱਜ ਰਹੇ ਆ ਸਟੂਡੈਂਟਸ, ਯੰਗਸਟਰਸ, ਹੈ ਨਾ, ਤਾਂ ਦੈਨ ਇਹ ਕਲਚਰ ਦੇ ਉੱਪਰ ਇਫੈਕਟ ਪਿਆ ਰੂਰਲ ਸੁਸਾਇਟੀ ਦੇ। ਹੈਲਥ, ਪੁਰਾਣੇ ਸਮੇਂ ਦੇ ਵਿੱਚ ਲੋਕ ਆਪਣੀ ਹੈਲਥ ਨੂੰ ਇੰਨਾ ਧਿਆਨ ਨਹੀਂ ਰੱਖਦੇ ਸੀਗੇ, ਪਰ ਸਮੇਂ ਬੀਤਣ ਦੇ ਨਾਲ ਬਦਲਾਵ ਆਉਣ ਦੇ ਨਾਲ ਲੋਕ ਬੜੇ ਸਿਆਣੇ ਹੋ ਗਏ ਤੇ ਹਾਈਜੀਨਿਟੀ ਨੂੰ ਬੜਾ ਧਿਆਨ ਦੇਣ ਲੱਗ ਗਏ। ਹਾਈਜੀਨਿਟੀ ਨੂੰ ਜਦੋਂ ਧਿਆਨ ਦੇਣ ਲੱਗ ਗਏ ਤੇ ਉਹ ਹੈਲਥ ਕੰਸਰਨਡ ਹੋ ਗਏ, ਸੁਚੇਤ ਹੋ ਗਏ। ਉਹਨਾਂ ਨੇ ਰੀਅਲਾਈਜ਼ ਕਰਿਆ ਕਿ ਹੈਲਥ ਇੰਪੋਰਟੈਂਟ ਹੈਗੀ ਹੈ। ਆਸ-ਪਾਸ ਆਲਾ ਦੁਆਲਾ ਸਾਫ਼ ਰੱਖੀਏ ਤੇ ਆਪਣੀ ਜਿਹੜੀ ਸੈਨੀਟੇਸ਼ਨ, ਸਾਫ ਸਫਾਈ, ਸ਼ੁੱਧ ਰੱਖਣਾ, ਉਹਦੇ ਉੱਪਰ ਜ਼ੋਰ ਦਿੱਤਾ ਜਾਣ ਲੱਗ ਗਿਆ। ਐਜੂਕੇਸ਼ਨ, ਪੁਰਾਣੇ ਸਮੇਂ ਦੇ ਵਿੱਚ ਪਿੰਡਾਂ ਵਾਲੇ ਲੋਕਾਂ ਦੇ ਵਿੱਚ ਇਲਿਟਰੇਸੀ ਬੜੀ ਜ਼ਿਆਦਾ ਸੀਗੀ, ਅਨਪੜ੍ਹਤਾ। ਓਕੇ, ਅਨਪੜ੍ਹਤਾ ਬਹੁਤਾ ਹੀ ਜ਼ਿਆਦਾ ਸੀਗੀ। ਸਮਾਂ ਬੀਤਣ ਦੇ ਨਾਲ ਜਿਵੇਂ ਬ੍ਰਿਟਿਸ਼ ਲੋਕ ਆਏ ਇੰਡੀਆ ਦੇ ਵਿੱਚ, ਉਹਨਾਂ ਨੇ ਹਰ ਇੱਕ ਦੇ ਲਈ ਲਾਗੂ ਕਰਤਾ ਵੀ ਬੱਚੇ 8ਵੀਂ ਤੱਕ ਪੜ੍ਹਨੇ ਚਾਹੀਦੇ ਨੇ। ਤਾਂ ਐਜੂਕੇਸ਼ਨ ਦੇ ਉੱਪਰ ਵੀ ਜ਼ੋਰ ਦਿੱਤਾ ਜਾਣ ਲੱਗ ਗਿਆ ਤੇ ਲੋਕ ਜਿੱਥੇ ਪਛੜੇ ਹੋਏ ਹੁੰਦੇ ਸੀਗੇ ਪਿੰਡਾਂ ਵਾਲੇ, ਤਾਂ ਉਹ ਅੱਗੇ ਵੱਧ ਕੇ ਪੜ੍ਹਨ ਦੇ ਵਿੱਚ ਜ਼ੋਰ ਦੇਣ ਲੱਗ ਗਏ ਤੇ ਪੜ੍ਹਨ ਦੇ ਨਾਲ ਜ਼ੋਰ ਦੇਣ ਦੇ ਨਾਲ ਉਹ ਸ਼ਹਿਰਾਂ ਵਾਂਗੂ ਜ਼ਿੰਦਗੀ ਵੀ ਜਿਉਣ ਲੱਗ ਗਏ। ਇਕਨੋਮਿਕ ਸਿਸਟਮ, ਕਿਤੇ ਜਿਹੜੇ ਪਿੰਡਾਂ ਵਾਲੇ ਲੋਕ ਸੀਗੇ ਇਹ ਸਿਰਫ ਐਗਰੀਕਲਚਰ ਕਰਦੇ ਸੀਗੇ, ਹੈ ਨਾ, ਖੇਤੀ ਕਰਦੇ ਸੀਗੇ। ਤਾਂ ਹੁਣ ਖੇਤੀ ਕਰਨ ਦੇ ਨਾਲ ਇਹ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ। ਸ਼ਾਪਸ ਆਰ ਬੀਇੰਗ ਓਪਨਡ। ਓਕੇ, ਕਈ ਹੋਰ ਕਿੱਤੇ ਕਰਨ ਲੱਗ ਗਏ, ਵਪਾਰ ਕਰਨ ਲੱਗ ਗਏ, ਜਿੱਥੇ ਇਕੱਲੇ ਐਗਰੀਕਲਚਰ ਕਰਦੇ ਸੀ। ਤਾਂ ਇਹ ਵੀ ਬਦਲਾਵ ਆਇਆ ਵਾ ਪੇਂਡੂ ਸਮਾਜ ਦੇ ਵਿੱਚ। ਓਕੇ, ਨੈਕਸਟ ਹੈ ਪੋਲੀਟੀਕਲ ਸਿਸਟਮ। ਜਿਸ ਤਰ੍ਹਾਂ ਆਪਾਂ ਦੇਖਿਆ ਸੀਗਾ ਪੋਲੀਟੀਕਲ ਸਿਸਟਮ ਇੱਕ ਟੌਪਿਕ ਜਦੋਂ ਪ੍ਰੀਵੀਅਸ ਵੀਡੀਓ ਦੇ ਵਿੱਚ, ਪੋਲੀਟੀਕਲ ਸਿਸਟਮ ਕੀ ਹੁੰਦਾ ਸੀ ਇਹਨਾਂ ਦਾ, ਪੰਚਾਇਤ ਰਾਜ ਹੁੰਦਾ ਸੀਗਾ। ਓਕੇ, ਜਦੋਂ ਪੰਚਾਇਤ ਰਾਜ ਹੁੰਦਾ ਸੀ ਪੋਲੀਟੀਕਲ ਸਿਸਟਮ ਦੇ ਵਿੱਚ, ਤਾਂ ਉੱਥੇ ਫਿਰ ਖਾਸ ਕਰਕੇ ਜਿਹੜਾ ਪੰਚਾਇਤ ਰਾਜ ਸੀਗਾ ਇਹ ਕਾਸਟ ਬੇਸ ਕੀ ਕਰਦੇ ਸੀਗੇ, ਫੈਸਲੇ ਦਿੰਦੇ ਸੀਗੇ। ਇੱਕ ਚੀਜ਼ ਯਾਦ ਰੱਖਣਾ, ਜਦੋਂ ਕਾਸਟ ਬੇਸ ਫੈਸਲੇ ਦਿੰਦੇ ਸੀ ਨਾ, ਤੇ ਜੇਕਰ ਹਾਈ ਕਾਸਟ ਵਾਲਿਆਂ ਨੇ ਗੁਨਾਹ ਕੀਤਾ ਹੈ ਨਾ ਤੇ ਲੋ ਕਾਸਟ ਵਾਲਿਆਂ ਨੇ ਕੇਸ ਕੀਤਾ ਹੈ ਤਾਂ ਸਜ਼ਾ ਲੋ ਕਾਸਟ ਨੂੰ ਦਿੰਦੇ ਸੀਗੇ, ਹਾਈ ਕਾਸਟ ਨੂੰ ਨਹੀਂ ਦਿੰਦੇ ਸੀਗੇ, ਕਿਉਂਕਿ ਉੱਥੇ ਬਹੁਤ ਬੜਾ ਭੇਦਭਾਵ ਚੱਲਦਾ ਸੀ। ਓਕੇ, ਜਦੋਂ ਬ੍ਰਿਟਿਸ਼ ਰਾਜ ਆਇਆ ਤਾਂ ਉਹਨਾਂ ਨੇ ਇਹ ਚੀਜ਼ ਜਦੋਂ ਦੇਖੀ, ਉਹਨਾਂ ਨੇ ਕਿਹਾ ਨਾ ਇਹ ਸਿਸਟਮ ਬਹੁਤ ਗਲਤ ਹੈ। ਉਹਨਾਂ ਨੇ ਪੰਚਾਇਤ ਰਾਜ ਨੂੰ ਡਿਕਲਾਈਨ ਕਰ ਦਿੱਤਾ। ਓਕੇ, ਇਹਦੇ ਵਿੱਚ ਲੋਕਾਂ ਨੂੰ ਪਤਾ ਚੱਲਿਆ ਵੀ ਅਸੀਂ ਵੀ ਪੋਲੀਟੀਕਲ 'ਚ ਪਾਰਟ ਲੈ ਸਕਦੇ ਹਾਂ, ਤਾਂ ਉਹਨਾਂ ਨੇ ਪੰਚਾਇਤ ਰਾਜ ਨੂੰ ਡਿਕਲਾਈਨ ਕੀਤਾ ਤੇ ਅੱਗੇ ਵਧਣਾ ਸ਼ੁਰੂ ਹੋ ਗਏ। ਸਿਰਫ ਮੈਂਬਰ ਬਣ ਗਏ, ਨੰਬਰਦਾਰ, ਸਰਪੰਚ ਬਣ ਗਏ, ਅੱਗੇ ਜਾ ਕੇ ਹੌਲੀ ਹੌਲੀ MC ਬਣ ਗਏ, MLA। ਤਾਂ ਇੱਥੋਂ ਉਹਨਾਂ ਨੂੰ ਜਦੋਂ ਪਤਾ ਚੱਲਿਆ ਪਿੰਡਾਂ ਵਾਲਿਆਂ ਨੂੰ, ਤਾਂ ਉਹਨਾਂ ਨੇ ਅੱਗੇ ਚੱਲ ਕੇ ਆਪਣੇ ਆਪ ਜ਼ਿੰਦਗੀ ਨੂੰ ਹੋਰ ਸੁਧਾਰਿਆ ਤੇ ਪੋਲੀਟੀਕਲ ਸਿਸਟਮ ਨੂੰ ਵੀ ਬਦਲ ਕੇ ਰੱਖ ਦਿੱਤਾ। ਨੈਕਸਟ ਪਾਰਟ ਹੈ ਨੰਬਰ 9, ਮਾਈਗ੍ਰੇਸ਼ਨ ਆਫ ਪੀਪਲ ਫਰੋਮ ਰੂਰਲ ਟੂ ਅਰਬਨ। ਮਾਈਗ੍ਰੇਸ਼ਨ, ਲੋਕਾਂ ਦਾ, ਪਿੰਡਾਂ ਵਾਲੇ ਲੋਕਾਂ ਦਾ ਸ਼ਹਿਰਾਂ ਦੇ ਵਿੱਚ ਆਵਾਸ ਕਰਨਾ, ਮਾਈਗ੍ਰੇਟ ਹੋ ਜਾਣਾ। ਪਿੰਡਾਂ ਵਾਲੇ ਆਪਣੇ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵਿੱਚ ਆ ਕੇ ਕਿੱਥੇ ਐਗਰੀਕਲਚਰ ਕਰਦੇ ਸੀ ਉੱਥੇ ਆ ਕੇ ਜੌਬ ਅਪਣਾਉਣਾ ਸ਼ੁਰੂ ਕਰ ਦਿੱਤੇ ਗਏ। ਸੋ ਇਹ ਹੈਗੇ ਨੇ ਚੇਂਜਸ ਇਨ ਰੂਰਲ ਸੁਸਾਇਟੀ, ਬਦਲਾਵ ਜੋ ਪਿੰਡੂ ਸਮਾਜ ਦੇ ਵਿੱਚ ਆਏ ਸੀਗੇ। ਤੋ ਇਸ ਦੇ ਨਾਲ ਆਪਣਾ ਲੈਸਨ ਨੰਬਰ 2 ਪਿੰਡੂ ਸਮਾਜ means rural society ਇਹ ਖਤਮ ਹੁੰਦਾ ਹੈ ਤੇ ਨੈਕਸਟ ਚੈਪਟਰ ਨੰਬਰ 3 urban society ਉਹ ਆਪਾਂ ਨੈਕਸਟ ਵੀਡੀਓ ਤੋਂ ਸ਼ੁਰੂ ਕਰਾਂਗੇ। till then you watch this video from beginning till the end, make notes। ਅਗਰ ਤੁਹਾਨੂੰ ਕਿਸੇ ਡਾਊਟ ਹੈ ਕਿ ਸਮਝ ਨਹੀਂ ਆਂਦੀ ਤਾਂ ਇਨਬਾਕਸ 'ਚ ਕਮੈਂਟ ਕਰ ਸਕਦੇ ਹੋ ਐਂਡ ਮੈਨੂੰ ਪੁੱਛ ਸਕਦੇ ਹੋ ਫ੍ਰੀਲੀ। ਓਕੇ, ਜੇ ਤੁਸੀਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਹੋਰ ਜ਼ਿਆਦਾ ਤੁਹਾਡੀ ਸਪੋਰਟ ਨਾਲ ਆਪਾਂ ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਤੱਕ ਇਹ ਵੀਡੀਓ ਲੈਸਨ ਪਲਾਨ ਬਣਾ ਕੇ ਸੈਂਡ ਕਰ ਸਕੀਏ। ਥੈਂਕ ਯੂ।